15 ਅਗਸਤ 1947 ਨੂੰ ਦੇਸ਼ ਆਜ਼ਾਦ ਹੋਇਆ। ਅੰਗਰੇਜ਼ ਹਕੂਮਤ ਦੀ ਗੁਲਾਮੀ ਤੋਂ ਬਾਅਦ 14 ਅਗਸਤ 1947 ਦੀ ਅੱਧੀ ਰਾਤ ਨੂੰ ਭਾਰਤ ਦੀ ਆਜ਼ਾਦੀ ਦਾ ਐਲਾਨ ਹੋਇਆ। ਇਸ ਐਲਾਨ ਦੇ ਨਾਲ ਹੀ ਦੇਸ਼ ਨੂੰ ਦੋ ਹਿੱਸਿਆਂ ਭਾਰਤ ਤੇ ਪਾਕਿਸਤਾਨ ਦੇ ਵਿੱਚ ਵੰਡ ਦਿੱਤਾ ਗਿਆ। 1948 ਦੀਆਂ ਓਲੰਪਿਕਸ ਖੇਡਾਂ ਦੇ ਵਿੱਚ ਭਾਰਤ ਨੇ ਆਪਣੀ ਸਭ ਤੋਂ ਵੱਡੀ ਟੀਮ ਭੇਜੀ ਸੀ। ਆਜ਼ਾਦੀ ਤੋਂ ਬਾਅਦ ਪਹਿਲੀ ਵਾਰ ਭਾਰਤੀ ਹਾਕੀ ਟੀਮ ਨੇ ਇਤਿਹਾਸ ਦੁਹਰਾਇਆ ਅਤੇ ਸੋਨ ਤਗਮਾ ਜਿੱਤਿਆ। 1952 ਅਤੇ 1956 ਵਿੱਚ ਵੀ ਭਾਰਤ ਨੇ ਓਲੰਪਿਕਸ ਹਾਕੀ ਦੇ ਵਿੱਚ ਸੋਨ ਤਗਮਾ ਜਿੱਤਿਆ। 26 ਨਵੰਬਰ 1949 ਨੂੰ ਆਜ਼ਾਦ ਮੁਲਕ ਭਾਰਤ ਦਾ ਸੰਵਿਧਾਨ ਸਵੀਕਾਰ ਕੀਤਾ ਗਿਆ। ਸੰਵਿਧਾਨ ਨੂੰ ਬਣਾਉਣ ਦੇ ਵਿੱਚ ਕੁੱਲ 2 ਸਾਲ 11 ਮਹੀਨੇ ਤੇ 18 ਦਿਨਾਂ ਦਾ ਵਕਤ ਲੱਗਿਆ। ਸੰਵਿਧਾਨ ਸਭਾ ਨੇ ਇਹ ਸੰਵਿਧਾਨ ਬਣਾਇਆ। 12 ਸੈਸ਼ਨ, 166 ਦਿਨਾਂ ਦੀ ਮੀਟਿੰਗ ਅਤੇ 114 ਦਿਨਾਂ ਦੀ ਬਹਿਸ ਤੋਂ ਬਾਅਦ ਸੰਵਿਧਾਨ ਪੂਰੇ ਤਰੀਕੇ ਬਣ ਕੇ ਤਿਆਰ ਹੋਇਆ। 26 ਜਨਵਰੀ 1950 ਨੂੰ ਭਾਰਤ ਨੂੰ ਗਣਰਾਜ ਐਲਾਨਿਆ ਗਿਆ। ਇਸ ਦਿਨ ਦੇਸ਼ ਦਾ ਸੰਵਿਧਾਨ ਲਾਗੂ ਕਰ ਦਿੱਤਾ ਗਿਆ। ਦੇਸ਼ ਦੇ ਪਹਿਲੇ ਰਾਸ਼ਟਰਪਤੀ ਡਾਕਟਰ ਰਾਜਿੰਦਰ ਪ੍ਰਸਾਦ ਨੇ 21 ਤੋਪਾਂ ਦੀ ਸਲਾਮੀ ਦੇ ਵਿਚਾਲੇ ਕੌਮੀ ਝੰਡਾ ਫਹਿਰਾਇਆ ਅਤੇ ਪੂਰਨ ਤੌਰ ਤੇ ਭਾਰਤ ਨੂੰ ਗਣਰਾਜ ਐਲਾਨ ਦਿੱਤਾ। ਆਜ਼ਾਦੀ ਮਗਰੋਂ ਪੂਰਨ ਗਣਰਾਜ ਐਲਾਨੇ ਗਏ ਦੇਸ਼ ਦੀ ਆਰਥਿਕ ਤਰੱਕੀ ਯੋਜਨਾਬੱਧ ਤਰੀਕੇ ਨਾਲ ਸ਼ੁਰੂ ਕੀਤੀ ਗਈ। ਇਹਨਾਂ ਯੋਜਨਾਵਾਂ ਦੀ ਸ਼ੁਰੂਆਤ ਸਾਲ 1951 ਵਿੱਚ ਹੋਈ। ਯੋਜਨਾ ਬਣਾਉਣ ਅਤੇ ਲਾਗੂ ਕਰਨ ਦੇ ਲਈ ਯੋਜਨਾ ਕਮਿਸ਼ਨ ਦਾ ਗਠਨ ਕੀਤਾ ਗਿਆ। ਇਸ ਦਾ ਮੁਖੀ ਪ੍ਰਧਾਨ ਮੰਤਰੀ ਨੂੰ ਲਾਇਆ ਜਾਂਦਾ ਸੀ। ਆਜ਼ਾਦ ਭਾਰਤ ਦੀ ਪਹਿਲੀ ਲੋਕ ਸਭਾ ਦੀ ਚੋਣ ਸਾਲ 1951-52 ਵਿੱਚ ਹੋਈ। 25 ਅਕਤੂਬਰ 1951 ਤੋਂ ਸ਼ੁਰੂ ਹੋਇਆ ਚੋਣਾਂ ਦਾ ਅਮਲ 21 ਫਰਵਰੀ 1952 ਨੂੰ ਨੇਪਰੇ ਚੜ੍ਹਿਆ। ਇਹਨਾਂ ਚੋਣਾਂ ਦੀ ਪਹਿਲੀ ਵੋਟ ਹਿਮਾਚਲ ਪ੍ਰਦੇਸ਼ ਦੀ ਤਹਿਸੀਲ ਚੀਨੀ ਵਿੱਚ ਪਾਈ ਗਈ ਸੀ। 1952 ਵਿੱਚ ਹੈਲਸਿੰਕੀ ਓਲੰਪਿਕਸ ਦੇ ਵਿੱਚ ਭਾਰਤ ਦੇ ਪਹਿਲਵਾਨ ਕੇ ਡੀ ਜਾਧਵ ਨੂੰ ਵੱਡੀ ਕਾਮਯਾਬੀ ਮਿਲੀ ਅਤੇ ਉਹਨਾਂ ਨੇ ਪਹਿਲਾ ਏਕਲ ਤਗਮਾ ਕੁਸ਼ਤੀ ਦਾ ਕਾਂਸੀ ਤਗਮਾ ਜਿੱਤਿਆ। ਖਸ਼ਾਬਾ ਦਾਦਾ ਸਾਹਿਬ ਜਾਧਵ ਮਹਾਰਾਸ਼ਟਰ ਦੇ ਸਤਾਰਾ ਦੇ ਰਹਿਣ ਵਾਲੇ ਸਨ। ਉਹਨਾਂ ਨੂੰ ਪਾਕਟ ਡਾਇਨਾਮੋ ਦੇ ਨਾਂ ਦੇ ਨਾਲ ਵੀ ਜਾਣਿਆ ਜਾਂਦਾ ਸੀ। ਉਹਨਾਂ ਕੈਨੇਡਾ ਤੇ ਮੈਕਸੀਕੋ ਦੇ ਪਹਿਲਵਾਨਾਂ ਨੂੰ ਹਰਾ ਕੇ ਤਗਮਾ ਜਿੱਤਿਆ। 1953 ਵਿੱਚ 에ਅਰ ਇੰਡੀਆ ਦਾ ਕੌਮੀਕਰਨ ਕਰ ਦਿੱਤਾ ਗਿਆ। ਇਹ ਟਾਟਾ ਗਰੁੱਪ ਦੀ ਕੰਪਨੀ ਹੁੰਦੀ ਸੀ, ਜਿਸ ਨੂੰ ਸਾਲ 1932 ਵਿੱਚ ਜਹਾਂਗੀਰ ਰਤਨ ਜੀ ਟਾਟਾ ਦਾਦਾ ਭਾਈ ਟਾਟਾ ਨੇ ਸਾਲ 1932 ਵਿੱਚ ਸਥਾਪਿਤ ਕੀਤਾ ਸੀ। ਇਸ ਵਿੱਚ ਸਰਕਾਰ ਦੀ 49% ਤੇ ਟਾਟਾ ਦੀ 25% ਅਤੇ ਬਾਕੀ ਹਿੱਸੇਦਾਰੀ ਆਮ ਲੋਕਾਂ ਦੀ ਸੀ। ਟਾਟਾ 에ਅਰਲਾਈਨਸ ਵਜੋਂ ਮਸ਼ਹੂਰ ਇਹ ਕੰਪਨੀ ਭਾਰਤ ਦੀ ਪਹਿਲੀ ਪਬਲਿਕ ਪ੍ਰਾਈਵੇਟ ਪਾਰਟਨਰਸ਼ਿਪ ਚੋਂ ਇੱਕ ਸੀ। 1954 ਵਿੱਚ ਭਾਰਤ ਅਤੇ ਚੀਨ ਨੇ ਪੰਚਸ਼ੀਲ ਸਮਝੌਤੇ ਤੇ ਸਹੀ ਪਾਈ। ਇਸ ਸਮਝੌਤੇ ਦੀ ਪ੍ਰਸਤਾਵਨਾ ਦੇ ਵਿੱਚ 5 ਸਿਧਾਂਤ ਸਨ ਜੋ ਇਸ ਦੇ ਹੋਂਦ ਵਿੱਚ ਆਉਣ ਦੇ ਅਗਲੇ 5 ਸਾਲਾਂ ਤੱਕ ਭਾਰਤ ਦੀ ਵਿਦੇਸ਼ ਨੀਤੀ ਦਾ ਆਧਾਰ ਵੀ ਰਹੇ। 1 ਜੁਲਾਈ 1955 ਨੂੰ ਇੰਪੀਰੀਅਲ ਬੈਂਕ ਦਾ ਨਾਮ ਬਦਲ ਕੇ ਸਟੇਟ ਬੈਂਕ ਆਫ ਇੰਡੀਆ ਰੱਖਿਆ ਗਿਆ। 2008 ਦੇ ਵਿੱਚ ਆਰਬੀਆਈ ਦੀ ਜਿਹੜੀ ਹਿੱਸੇਦਾਰੀ ਐਸਬੀਆਈ ਵਿੱਚ ਸੀ, ਉਸ ਨੂੰ ਭਾਰਤ ਸਰਕਾਰ ਨੇ ਖਰੀਦ ਲਿਆ। ਫਿਲਹਾਲ ਦੁਨੀਆ ਦੇ ਬਾਕੀ ਮੁਲਕਾਂ ਲੰਡਨ, ਅਮਰੀਕਾ, ਬ੍ਰਿਟੇਨ, ਦੱਖਣ ਅਫਰੀਕਾ, ਸਿੰਗਾਪੁਰ, ਸ਼੍ਰੀਲੰਕਾ ਵਿੱਚ ਵੀ ਐਸਬੀਆਈ ਦੀ ਬ੍ਰਾਂਚਿਸ ਨੇ। 1956 ਵਿੱਚ ਮੁੰਬਈ ਵਿੱਚ ਲਾਈਫ ਇੰਸ਼ੋਰੈਂਸ ਕਾਰਪੋਰੇਸ਼ਨ ਆਫ ਇੰਡੀਆ ਦੀ ਸਥਾਪਨਾ ਕੀਤੀ ਗਈ। 8 ਜ਼ੋਨਲ ਤੇ 101 ਡਿਵੀਜ਼ਨਲ ਦਫ਼ਤਰਾਂ ਦੇ ਨਾਲ-ਨਾਲ ਤਕਰੀਬਨ 10 ਲੱਖ ਏਜੰਟ ਪੂਰੇ ਦੇਸ਼ ਦੇ ਵਿੱਚ ਜੀਵਨ ਬੀਮਾ ਨਿਗਮ ਦੇ ਨਾਲ ਜੁੜੇ ਹੋਏ ਨੇ। 19 ਜੂਨ 1956 ਨੂੰ ਭਾਰਤੀ ਪਾਰਲੀਮੈਂਟ ਨੇ ਬਿੱਲ ਪਾਸ ਕੀਤਾ ਤੇ ਇਸ ਬਿੱਲ ਦੇ ਤਹਿਤ ਹੀ 1 ਸਤੰਬਰ 1956 ਨੂੰ LIC ਹੋਂਦ ਵਿੱਚ ਆਈ ਸੀ। 1957 ਵਿੱਚ ਰੁਪਈਏ ਦਾ ਡੈਸਿਮਲਾਈਜੇਸ਼ਨ ਕੀਤਾ ਗਿਆ। 1 ਰੁਪਈਏ ਨੂੰ 100 ਪੈਸਿਆਂ ਵਿੱਚ ਵੰਡਿਆ ਗਿਆ। ਇਸ ਤੋਂ ਪਹਿਲਾਂ ਰੁਪਈਏ ਵਿੱਚ 16 ਆਨੇ ਹੁੰਦੇ ਸਨ। 500 ਰੁਪਏ ਦਾ ਪਹਿਲਾ ਨੋਟ 1987 ਵਿੱਚ ਅਤੇ 1000 ਰੁਪਏ ਦਾ ਪਹਿਲਾ ਨੋਟ ਸਾਲ 2000 ਵਿੱਚ ਤਿਆਰ ਕੀਤਾ ਗਿਆ ਸੀ। 1958 ਵਿੱਚ ਦੇਸ਼ ਵਿੱਚ ਅਫਸਪਾ ਲਾਗੂ ਕੀਤਾ ਗਿਆ। ਆਰਮ ਫੋਰਸਿਸ ਸਪੈਸ਼ਲ ਪਾਵਰ ਐਕਟ ਇੱਕ ਅਜਿਹਾ ਕਾਨੂੰਨ ਜਿਹੜਾ ਹਥਿਆਰਬੰਦ ਫੌਜਾਂ ਨੂੰ ਅਸ਼ਾਂਤ ਖੇਤਰਾਂ ਵਿੱਚ ਜਨਤਕ ਵਿਵਸਥਾ ਬਣਾਏ ਰੱਖਣ ਦੀ ਪਾਵਰ ਦਿੰਦਾ ਹੈ। ਇਸ ਤਹਿਤ ਫੌਜਾਂ ਨੂੰ ਇਹ ਅਧਿਕਾਰ ਮਿਲ ਜਾਂਦਾ ਹੈ ਕਿ ਉਹ ਇੱਕ ਖੇਤਰ ਵਿੱਚ 5 ਜਾਂ ਉਸ ਤੋਂ ਵੱਧ ਲੋਕਾਂ ਦੇ ਇਕੱਠੇ ਹੋਣ ਤੇ ਰੋਕ ਲਾ ਸਕਣ। ਆਜ਼ਾਦ ਦੇਸ਼ ਦੇ ਵਿੱਚ ਵੱਖ-ਵੱਖ ਸੂਬੇ ਵੀ ਹੋਂਦ ਵਿੱਚ ਆਏ ਅਤੇ ਕੁਝ ਰਿਆਸਤਾਂ ਦੇ ਨਾਂ ਵੀ ਬਦਲੇ ਗਏ। ਦੇਸ਼ ਦੀ ਆਜ਼ਾਦੀ ਤੋਂ ਬਾਅਦ ਕਈ ਰਿਆਸਤਾਂ ਨੂੰ ਮੁੰਬਈ ਰਿਆਸਤ ਵਿੱਚ ਸ਼ਾਮਿਲ ਕਰ ਦਿੱਤਾ ਗਿਆ ਸੀ। 1960 ਵਿੱਚ ਇਹਨਾਂ ਚੋਂ ਮਰਾਠੀ ਬੋਲਦੇ ਇਲਾਕੇ ਮਹਾਰਾਸ਼ਟਰ ਤੇ ਗੁਜਰਾਤੀ ਬੋਲਦੇ ਇਲਾਕੇ ਗੁਜਰਾਤ ਵਿੱਚ ਸ਼ਾਮਿਲ ਕੀਤੇ ਗਏ। ਇਸੇ ਤਰੀਕੇ 1973 ਵਿੱਚ ਮੈਸੂਰ ਦਾ ਨਾਂ ਤਬਦੀਲ ਕਰਕੇ ਕਰਨਾਟਕ ਰੱਖਿਆ ਗਿਆ। 19 ਦਸੰਬਰ 1961 ਨੂੰ ਭਾਰਤੀ ਫੌਜ ਨੇ ਆਪਰੇਸ਼ਨ ਵਿਜੇ ਸ਼ੁਰੂ ਕੀਤਾ। ਇਸ ਦੇ ਤਹਿਤ ਗੋਆ, ਦਮਨ ਅਤੇ ਦੀਵ ਨੂੰ ਪੁਰਤਗਾਲੀਆਂ ਦੇ ਰਾਜ ਤੋਂ ਆਜ਼ਾਦ ਕਰਾਇਆ ਗਿਆ। ਭਾਰਤ ਸਰਕਾਰ ਦੇ ਹੁਕਮਾਂ ਤੇ ਭਾਰਤੀ ਫੌਜ ਨੇ ਇੱਥੇ ਕਾਰਵਾਈ ਸ਼ੁਰੂ ਕੀਤੀ। ਪੁਰਤਗਾਲੀ ਫੌਜ ਨੇ ਕੁਝ ਦੇਰ ਦੇ ਸੰਘਰਸ਼ ਤੋਂ ਬਾਅਦ ਗੋਡੇ ਟੇਕ ਦਿੱਤੇ ਤੇ ਪੁਰਤਗਾਲੀ ਗਵਰਨਰ ਨੇ ਸਰੈਂਡਰ ਫਾਰਮ ਤੇ ਦਸਤਖਤ ਕਰਕੇ ਗੋਆ ਛੱਡ ਦਿੱਤਾ। 21 ਨਵੰਬਰ 1963 ਨੂੰ ਭਾਰਤ ਦੇ ਪੁਲਾੜ ਸਫ਼ਰ ਦੀ ਸ਼ੁਰੂਆਤ ਹੋਈ। ਭਾਰਤ ਨੇ ਕੇਰਲ ਦੇ ਵਿੱਚ ਮੱਛੀ ਫੜਨ ਵਾਲੇ ਖੇਤਰ ਥੁੰਬਾ ਚੋਂ ਅਮਰੀਕਾ ਵਿੱਚ ਬਣੇ 2 ਪੜਾਅ ਵਾਲੇ ਸਾਊਂਡਿੰਗ ਰਾਕੇਟ ਨਾਇਕ ਅਪਾਚੇ ਦੀ ਲਾਂਚਿੰਗ ਕੀਤੀ। ਇਹ ਪੁਲਾੜ ਵੱਲ ਭਾਰਤ ਦਾ ਪਹਿਲਾ ਕਦਮ ਸੀ। 30 ਅਕਤੂਬਰ 1964 ਨੂੰ ਸਿਰਿਮਾ ਸ਼ਾਸਤਰੀ ਸਮਝੌਤੇ ਤੇ ਸਹੀ ਪਾਈ ਗਈ। ਇਹ ਸਮਝੌਤਾ ਸ਼੍ਰੀਲੰਕਾ ਦੇ ਪ੍ਰਧਾਨ ਮੰਤਰੀ ਸਿਰਿਮਾਓ ਭੰਡਾਰ ਨਾਇਕੇ ਤੇ ਭਾਰਤ ਦੇ ਪ੍ਰਧਾਨ ਮੰਤਰੀ ਲਾਲ ਬਹਾਦੁਰ ਸ਼ਾਸਤਰੀ ਦੇ ਵਿਚਾਲੇ ਹੋਇਆ ਸੀ। ਇਹ ਸਿਲੋਨ ਦੇ ਵਿੱਚ ਭਾਰਤੀ ਪਿਛੋਕੜ ਦੇ ਲੋਕਾਂ ਦਾ ਭਵਿੱਖ ਤੈਅ ਕਰਨ ਵਾਲਾ ਸਮਝੌਤਾ ਸੀ।
1 ਨਵੰਬਰ 1966 ਨੂੰ ਪੰਜਾਬ ਦੀ ਵੰਡ ਹੋਈ ਅਤੇ ਹਿੰਦੀ ਬੋਲਦੇ ਇਲਾਕਿਆਂ ਨੂੰ ਵੱਖ ਕਰਕੇ ਹਰਿਆਣਾ ਸੂਬਾ ਬਣਾਇਆ ਗਿਆ। ਪੰਜਾਬੀ ਬੋਲਦੇ ਇਲਾਕੇ ਪੰਜਾਬ ਵਿੱਚ ਰਹਿ ਗਏ। ਚੰਡੀਗੜ੍ਹ ਨੂੰ ਦੋਵੇਂ ਸੂਬਿਆਂ ਦੀ ਸਾਂਝੀ ਰਾਜਧਾਨੀ ਐਲਾਨਿਆ ਗਿਆ। 1966-67 ਦੇ ਵਿੱਚ ਹਰੀ ਕ੍ਰਾਂਤੀ ਦੀ ਸ਼ੁਰੂਆਤ ਹੋਈ, ਜਿਸ ਦਾ ਜਨਕ ਡਾਕਟਰ ਨਾਰਮਨ ਬੋਰਲੌਗ ਨੂੰ ਮੰਨਿਆ ਜਾਂਦਾ ਹੈ। ਨੋਬਲ ਸਨਮਾਨ ਦੇ ਨਾਲ ਨਵਾਜ਼ੇ ਗਏ ਡਾਕਟਰ ਬੋਰਲੌਗ ਦੀ ਯੋਜਨਾ ਦੇ ਮੁਤਾਬਿਕ ਦੇਸ਼ ਦੇ ਸਿੰਜਾਈ ਵਾਲੇ ਅਤੇ ਬਿਨਾਂ ਸਿੰਜਾਈ ਵਾਲੇ ਇਲਾਕਿਆਂ ਵਿੱਚ ਫਸਲਾਂ ਦੇ ਉਤਪਾਦਨ ਵਿੱਚ ਵਾਧੇ ਲਈ ਕੋਸ਼ਿਸ਼ਾਂ ਕੀਤੀਆਂ ਗਈਆਂ। 1966 ਦੇ ਵਿੱਚ ਰੀਤਾ ਫਾਰੀਆ ਪਹਿਲੀ ਭਾਰਤੀ ਬਣੀ ਜਿਸ ਨੇ ਮਿਸ ਵਰਲਡ ਦਾ ਖਿਤਾਬ ਜਿੱਤਿਆ। ਅਜਿਹਾ ਕਰਨ ਵਾਲੀ ਉਹ ਪਹਿਲੀ ਭਾਰਤੀ ਅਤੇ ਪਹਿਲੀ ਏਸ਼ੀਆਈ ਮਹਿਲਾ ਸੀ। 17 ਨਵੰਬਰ 1966 ਨੂੰ ਰੀਤਾ ਫਾਰੀਆ ਨੇ ਮਿਸ ਵਰਲਡ ਦਾ ਤਾਜ ਉਹਨਾਂ ਦੇ ਸਿਰ ਸੱਟਿਆ। 1968 ਦੇ ਵਿੱਚ ਡਾਕਟਰ ਹਰਗੋਬਿੰਦ ਖੁਰਾਨਾ ਨੂੰ ਮੈਡੀਸਿਨ ਖੇਤਰ ਦਾ ਨੋਬਲ ਦਿੱਤਾ ਗਿਆ। ਪੰਜਾਬ ਯੂਨੀਵਰਸਿਟੀ ਤੋਂ ਸਾਲ 1945 ਵਿੱਚ ਐਮਐਸਸੀ ਕਰਨ ਤੋਂ ਬਾਅਦ ਉਹ ਉਚੇਰੀ ਸਿੱਖਿਆ ਦੇ ਲਈ ਵਿਦੇਸ਼ ਚਲੇ ਗਏ ਸਨ। ਐਂਜ਼ਾਈਮ ਸੰਬੰਧੀ ਖੋਜ ਕਰਨ ਵਾਲੇ ਡਾਕਟਰ ਖੁਰਾਨਾ ਨੂੰ ਪਹਿਲਾ ਜੀਨ ਬਣਾਉਣ ਦੇ ਲਈ ਵੀ ਯਾਦ ਕੀਤਾ ਜਾਂਦਾ ਹੈ। ਭਾਰਤੀ ਪੁਲਾੜ ਖੋਜ ਅਦਾਰੇ ਦੀ ਸਥਾਪਨਾ 15 ਅਗਸਤ 1969 ਨੂੰ ਕੀਤੀ ਗਈ। ਉਸ ਤੋਂ ਪਹਿਲਾਂ ਇਸ ਦਾ ਨਾਮ ਇੰਡੀਅਨ ਨੈਸ਼ਨਲ ਕਮੇਟੀ ਫਾਰ ਸਪੇਸ ਰਿਸਰਚ ਯਾਨੀ ਇੰਕੋਸਪਾਰ ਸੀ। ਇੰਕੋਸਪਾਰ ਦੀ ਸਥਾਪਨਾ 1962 ਵਿੱਚ ਕੀਤੀ ਗਈ ਸੀ। 1969 ਵਿੱਚ ਇਸ ਨੂੰ ਇਸਰੋ ਦਾ ਨਾਮ ਦਿੱਤਾ ਗਿਆ। 1970 ਵਿੱਚ ਦੇਸ਼ ਵਿੱਚ ਆਪਰੇਸ਼ਨ ਫਲੱਡ ਦੇ ਤਹਿਤ ਦੁੱਧ ਕ੍ਰਾਂਤੀ ਦੀ ਸ਼ੁਰੂਆਤ ਹੋਈ। ਇਸ ਸਕੀਮ ਨੇ ਡੇਅਰੀ ਸਨਅਤ ਦੇ ਨਾਲ ਜੁੜੇ ਕਿਸਾਨਾਂ ਨੂੰ ਆਪਣੇ ਕੰਮ ਧੰਦੇ ਨੂੰ ਵਿਕਸਿਤ ਕਰਨ ਦਾ ਮੌਕਾ ਦਿੱਤਾ। ਕੌਮੀ ਦੁੱਧ ਗ੍ਰੇਡਰ ਅਜੇ ਵੀ ਦੇਸ਼ ਦੇ 700 ਤੋਂ ਵਧੇਰੇ ਸ਼ਹਿਰਾਂ ਦੇ ਵਿੱਚ ਦੁੱਧ ਉਤਪਾਦਕਾਂ ਨੂੰ ਸ਼ਹਿਰ ਅਤੇ ਕਸਬਿਆਂ ਦੇ ਗਾਹਕਾਂ ਦੇ ਨਾਲ ਜੋੜਦਾ। 1970 ਵਿੱਚ ਪੇਟੈਂਟ ਐਕਟ ਪਾਸ ਕੀਤਾ ਗਿਆ। ਆਜ਼ਾਦੀ ਤੋਂ ਪਹਿਲਾਂ ਬਣਾਏ ਗਏ ਪੇਟੈਂਟ ਸੰਬੰਧੀ ਕਾਨੂੰਨਾਂ ਵਿੱਚ ਸੋਧ ਕਰਨ ਦੇ ਲਈ ਭਾਰਤ ਸਰਕਾਰ ਨੇ 1957 ਵਿੱਚ ਅਯੰਗਰ ਕਮੇਟੀ ਨਿਯੁਕਤ ਕੀਤੀ ਸੀ। ਇਸ ਕਮੇਟੀ ਦੀ ਰਿਪੋਰਟ ਦੇ ਆਧਾਰ ਤੇ ਪੇਟੈਂਟ ਬਿੱਲ 1965 ਤਿਆਰ ਕਰਕੇ 21 ਸਤੰਬਰ 1965 ਨੂੰ ਸੰਸਦ ਵਿੱਚ ਪੇਸ਼ ਹੋਇਆ। 1967 ਦੇ ਵਿੱਚ ਇਸ ਬਿੱਲ ਵਿੱਚ ਸੋਧ ਹੋਈ ਅਤੇ 1970 ਦਾ ਪੇਟੈਂਟ ਕਾਨੂੰਨ ਬਣਾ। 1973 ਦੇ ਵਿੱਚ ਦੇਸ਼ ਦੇ ਵਿੱਚ ਪ੍ਰੋਜੈਕਟ ਟਾਈਗਰ ਦੀ ਸ਼ੁਰੂਆਤ ਹੋਈ। ਦੇਸ਼ ਦੇ ਵਿੱਚ ਬਾਘ ਦੀ ਘਟ ਰਹੀ ਗਿਣਤੀ ਦੇ ਮੱਦੇਨਜ਼ਰ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ 1 ਅਪ੍ਰੈਲ 1973 ਨੂੰ ਇਹ ਪ੍ਰੋਜੈਕਟ ਸ਼ੁਰੂ ਕੀਤਾ ਸੀ। ਇਸ ਦਾ ਪਹਿਲਾ ਡਾਇਰੈਕਟਰ ਕੈਲਾਸ਼ ਸਾਂਫਲਾ ਨੂੰ ਚੁਣਿਆ ਗਿਆ ਸੀ। 1974 ਵਿੱਚ ਆਪਰੇਸ਼ਨ ਸਮਾਈਲਿੰਗ ਬੁੱਧਾ ਦੀ ਕਾਮਯਾਬੀ ਦੇ ਨਾਲ ਭਾਰਤ ਨੇ ਖੁਦ ਨੂੰ ਦੁਨੀਆ ਦੇ ਪਰਮਾਣੂ ਤਾਕਤ ਦੇ ਨਾਲ ਲੈਸ ਮੁਲਕਾਂ ਦੀ ਲੜੀ ਦੇ ਵਿੱਚ ਸ਼ਾਮਿਲ ਕਰ ਲਿਆ। 18 ਮਈ 1974 ਨੂੰ ਪੋਖਰਨ ਦੇ ਵਿੱਚ ਭਾਰਤ ਨੇ ਪਰਮਾਣੂ ਟੈਸਟਿੰਗ ਕੀਤੀ। ਬੁੱਧ ਦੇ ਨਾਂ ਦੇ ਨਾਲ ਇਸ ਆਪਰੇਸ਼ਨ ਦਾ ਨਾਂ ਜੋੜਨ ਪਿੱਛੇ ਭਾਰਤ ਦੀ ਮਨਸ਼ਾ ਦੁਨੀਆ ਨੂੰ ਇਹ ਦੱਸਣ ਦੀ ਸੀਗੀ ਕਿ ਇਹ ਟੈਸਟਿੰਗ ਸ਼ਾਂਤੀ ਦੇ ਮਕਸਦ ਨਾਲ ਕੀਤੀ ਗਈ। ਭਾਰਤ ਦਾ ਪਹਿਲਾ ਸੈਟੇਲਾਈਟ 19 ਅਪ੍ਰੈਲ 1975 ਨੂੰ ਸੋਵੀਅਤ ਸੰਘ ਵੱਲੋਂ ਲਾਂਚ ਕੀਤਾ ਗਿਆ ਸੀ। ਇਸ ਸੈਟੇਲਾਈਟ ਦਾ ਨਾਮ ਸੀ ਆਰਿਆਭੱਟਾ। ਪੁਲਾੜ ਦੀ ਦੁਨੀਆ ਦੇ ਵਿੱਚ ਭਾਰਤ ਦਾ ਇਹ ਭਲੇਠਾ ਕਦਮ ਸੀ। ਇਸ ਮਗਰੋਂ ਭਾਰਤ ਨੇ ਪੁਲਾੜ ਦੇ ਵਿੱਚ ਕਈ ਕਾਮਯਾਬੀਆਂ ਹਾਸਲ ਕੀਤੀਆਂ। 1977 ਦੀਆਂ ਆਮ ਚੋਣਾਂ ਤੋਂ ਬਾਅਦ ਦੇਸ਼ ਦੇ ਵਿੱਚ ਪਹਿਲੀ ਵਾਰ ਗੈਰ ਕਾਂਗਰਸੀ ਸਰਕਾਰ ਬਣੀ। ਕਾਂਗਰਸ ਤੋਂ ਹੀ ਵੱਖ ਹੋਏ 81 ਸਾਲਾ ਮੋਰਾਰਜੀ ਦੇਸਾਈ ਇਸ ਸਰਕਾਰ ਦੇ ਪ੍ਰਧਾਨ ਮੰਤਰੀ ਬਣੇ, ਪਰ ਇਹ ਸਰਕਾਰ ਆਪਣਾ ਕਾਰਜਕਾਲ ਪੂਰਾ ਨਹੀਂ ਕਰ ਸਕੀ ਅਤੇ 1980 ਵਿੱਚ ਦੇਸ਼ ਵਿੱਚ ਮੁੜ ਚੋਣਾਂ ਹੋਈਆਂ। 1979 ਵਿੱਚ ਜਨਤਾ ਪਾਰਟੀ ਦੀ ਸਰਕਾਰ ਨੇ ਮੰਡਲ ਕਮਿਸ਼ਨ ਦਾ ਐਲਾਨ ਕੀਤਾ। ਬਿੰਦੇਸ਼ਵਰੀ ਪ੍ਰਸਾਦ ਮੰਡਲ ਨੂੰ ਇਸ ਕਮਿਸ਼ਨ ਦਾ ਚੇਅਰਮੈਨ ਬਣਾਇਆ ਗਿਆ ਸੀ। ਦੇਸ਼ ਦੇ ਵਿੱਚ ਸਮਾਜਿਕ ਅਤੇ ਆਰਥਿਕ ਪੱਧਰ ਤੇ ਪਛੜਿਆਂ ਦੀ ਪਛਾਣ ਕਰਨਾ ਇਸ ਕਮਿਸ਼ਨ ਦਾ ਸਭ ਤੋਂ ਮੁੱਖ ਕਾਰਜ ਸੀ। 17 ਅਕਤੂਬਰ 1979 ਨੂੰ ਮਦਰ ਟੈਰੇਸਾ ਨੂੰ ਨੋਬਲ ਸ਼ਾਂਤੀ ਸਨਮਾਨ ਦੇ ਨਾਲ ਨਵਾਜ਼ਿਆ ਗਿਆ। 1962 ਵਿੱਚ ਭਾਰਤ ਸਰਕਾਰ ਨੇ ਪਦਮ ਸ਼੍ਰੀ ਅਤੇ 1980 ਵਿੱਚ ਭਾਰਤ ਰਤਨ ਦੇ ਨਾਲ ਉਹਨਾਂ ਨੂੰ ਨਵਾਜ਼ਿਆ ਸੀ। ਮਦਰ ਟੈਰੇਸਾ ਰੋਮਨ ਕੈਥੋਲਿਕ ਨਨ ਸੀ ਜਿਨ੍ਹਾਂ ਕੋਲ ਭਾਰਤ ਦੀ ਨਾਗਰਿਕਤਾ ਸੀ। ਉਹਨਾਂ ਦਾ ਅਸਲ ਨਾਂ ਐਗਨੇਸ ਗੋਂਝਾ ਬੋਇਆ ਜੀਜੂ ਸੀ। 1980 ਦੇ ਅਪ੍ਰੈਲ ਮਹੀਨੇ ਦੀ 6 ਤਰੀਕ ਨੂੰ ਭਾਜਪਾ ਦੀ ਸਥਾਪਨਾ ਕੀਤੀ ਗਈ। ਅਟਲ ਬਿਹਾਰੀ ਵਾਜਪੇਈ ਇਸ ਦੇ ਸੰਸਥਾਪਕ ਪ੍ਰਧਾਨ ਬਣੇ। ਪਾਰਟੀ ਦੇ ਵਿੱਚ ਮੁਸਲਿਮ ਚਿਹਰੇ ਵਜੋਂ ਸ਼ਾਮਿਲ ਸਿਕੰਦਰ ਬਖਤ ਨੂੰ ਜਨਰਲ ਸਕੱਤਰ ਥਾਪਿਆ ਗਿਆ। ਭਾਜਪਾ ਨੂੰ ਮਜ਼ਬੂਤ ਕਰਨ ਦੇ ਵਿੱਚ ਵਾਜਪੇਈ ਅਤੇ ਅਡਵਾਨੀ ਦੀ ਅਹਿਮ ਭੂਮਿਕਾ ਰਹੀ। 7 ਜੁਲਾਈ 1981 ਨੂੰ ਪੁਣੇ ਦੇ ਵਿੱਚ ਐਨ.ਆਰ. ਨਾਰਾਇਣ ਮੂਰਤੀ ਨੇ ਆਈਟੀ ਕੰਪਨੀ ਇਨਫੋਸਿਸ ਦੀ ਸਥਾਪਨਾ ਕੀਤੀ। ਉਸ ਵੇਲੇ ਉਹਨਾਂ ਦੇ ਨਾਲ 6 ਲੋਕ ਸਨ। ਇਹਨਾਂ ਵਿੱਚ ਨੰਦਨ ਨੀਲਕਣੀ, ਐਨ.ਐਸ. ਰਾਘਵਨ, ਕ੍ਰਿਸ ਗੋਪਾਲ ਕ੍ਰਿਸ਼ਨਨ, ਐਸ.ਡੀ. ਸ਼ਿਬੂਲਾਲ, ਕੇ. ਦਿਨੇਸ਼ ਅਤੇ ਅਸ਼ੋਕ ਅਰੋੜਾ ਸ਼ਾਮਿਲ ਸਨ। 25 ਅਪ੍ਰੈਲ 1982 ਨੂੰ ਦੇਸ਼ ਦੇ ਵਿੱਚ ਪਹਿਲੀ ਵਾਰ ਟੀਵੀ ਤੇ ਰੰਗੀਨ ਪ੍ਰਸਾਰਣ ਸ਼ੁਰੂ ਹੋਇਆ। ਇਸ ਦੀ ਸ਼ੁਰੂਆਤ ਉਦੋਂ ਦੇ ਮਦਰਾਸ ਅਤੇ ਹੁਣ ਦੇ ਚੇਨਈ ਤੋਂ ਕੀਤੀ ਗਈ ਸੀ। ਟੀਵੀ ਦੀ ਸ਼ੁਰੂਆਤ ਹਾਲਾਂਕਿ ਦੇਸ਼ ਵਿੱਚ 15 ਸਤੰਬਰ 1959 ਨੂੰ ਹੋ ਚੁੱਕੀ ਸੀ, ਪਰ ਇਸ ਤੇ ਰੰਗੀਨ ਤਸਵੀਰਾਂ ਦਾ ਪ੍ਰਸਾਰਣ 1982 ਵਿੱਚ ਹੋਇਆ। 1982 ਵਿੱਚ ਹੀ ਭਾਰਤ ਦੇ ਵਿੱਚ 9ਵੀਂ ਏਸ਼ੀਆਈ ਖੇਡਾਂ ਦਾ ਪ੍ਰਬੰਧ ਕੀਤਾ ਗਿਆ ਸੀ। 19 ਨਵੰਬਰ ਤੋਂ 4 ਦਸੰਬਰ ਤੋਂ ਕੌਮੀ ਰਾਜਧਾਨੀ ਦਿੱਲੀ ਦੇ ਵਿੱਚ ਇਹ ਮੁਕਾਬਲੇ ਪ੍ਰਬੰਧਿਤ ਕੀਤੇ ਗਏ ਸਨ। 51 ਤਗਮਿਆਂ ਦੇ ਨਾਲ ਭਾਰਤ ਜਾਪਾਨ ਤੋਂ ਬਾਅਦ ਇਹਨਾਂ ਖੇਡਾਂ ਵਿੱਚ ਦੂਜੀ ਥਾਂ ਤੇ ਰਿਹਾ। 9 ਵੱਖ-ਵੱਖ ਖੇਡਾਂ ਦੇ ਮੁਕਾਬਲਿਆਂ ਦੇ ਵਿੱਚ ਕੁੱਲ 11 ਮੁਲਕਾਂ ਨੇ ਹਿੱਸਾ ਲਿਆ ਸੀ। 12 ਜੁਲਾਈ 1982 ਨੂੰ ਨਾਬਾਰਡ ਦੀ ਸਥਾਪਨਾ ਕੀਤੀ ਗਈ ਸੀ। ਨਾਬਾਰਡ ਪੇਂਡੂ ਖੇਤਰਾਂ ਦੇ ਵਿੱਚ ਵਿਕਾਸ ਕਾਰਜਾਂ ਦੇ ਲਈ
ਕਰਜ਼ਾ ਮੁਹੱਈਆ ਕਰਾਉਣ ਵਾਲਾ ਬੈਂਕ ਹੈ। ਇਹ ਪਿੰਡੂ ਲੋਕਾਂ ਅਤੇ ਕਿਸਾਨਾਂ ਨੂੰ ਉਹਨਾਂ ਦੇ ਜ਼ਰੂਰੀ ਕੰਮਾਂ ਤੇ ਉਹਨਾਂ ਦੇ ਜੀਵਨ ਦਾ ਪੱਧਰ ਉੱਚਾ ਚੁੱਕਣ ਦੇ ਲਈ ਕਰਜ਼ਾ ਮੁਹੱਈਆ ਕਰਦਾ ਹੈ। 1983 ਵਿੱਚ ਭਾਰਤ ਨੇ ਪਹਿਲੀ ਵਾਰ ਕ੍ਰਿਕਟ ਵਰਲਡ ਕੱਪ ਜਿੱਤਿਆ। 9 ਤੋਂ 25 ਜੂਨ ਤੱਕ ਇੰਗਲੈਂਡ ਦੇ ਵਿੱਚ ਪ੍ਰਬੰਧਿਤ ਇਸ ਇੱਕ ਦਿਨਾ ਕ੍ਰਿਕਟ ਮੁਕਾਬਲੇ ਦੇ ਫਾਈਨਲ ਦੇ ਵਿੱਚ ਭਾਰਤ ਨੇ ਵੈਸਟ ਇੰਡੀਜ਼ ਨੂੰ ਹਰਾਇਆ ਸੀ। 43 ਦੌੜਾਂ ਦੇ ਫਰਕ ਦੇ ਨਾਲ ਵੈਸਟ ਇੰਡੀਜ਼ ਨੂੰ ਦਿੱਤੀ ਇਹ ਸ਼ਿਕਸਤ ਤੇ ਹੀਰੋ ਗੇਂਦਬਾਜ਼ ਮੋਹਿੰਦਰ ਅਮਰਨਾਥ ਰਹੇ, ਜਿਨ੍ਹਾਂ 7 ਓਵਰ ਦੇ ਵਿੱਚ 12 ਦੌੜਾਂ ਦੇ ਕੇ 3 ਵਿਕਟਾਂ ਹਾਸਲ ਕੀਤੀਆਂ। 1983 ਵਿੱਚ ਭਾਨੂ ਅਥਈਆ ਨੂੰ ਫਿਲਮ ਗਾਂਧੀ ਦੇ ਵਿੱਚ ਕਾਸਟਿਊਮ ਡਿਜ਼ਾਈਨਿੰਗ ਦੇ ਲਈ ਆਸਕਰ ਸਨਮਾਨ ਮਿਲਿਆ। ਰਿਚਰਡ ਐਟਨਬਰੋ ਦੀ ਡਾਇਰੈਕਸ਼ਨ ਦੇ ਵਿੱਚ ਬਣੀ ਇਸ ਫਿਲਮ ਦੇ ਲਈ ਭਾਨੂਮਤੀ ਅੰਨਾ ਸਾਹਿਬ ਰਾਜੋਪਾਧਿਆਏ 100 ਤੋਂ ਵਧੇਰੇ ਫਿਲਮਾਂ ਦੇ ਵਿੱਚ ਡਰੈਸ ਡਿਜ਼ਾਈਨਿੰਗ ਕਰਕੇ ਰਿਕਾਰਡ ਬਣਾ ਚੁੱਕੀ ਸੀਗੀ। 1953 ਵਿੱਚ ਡਰੈਸ ਡਿਜ਼ਾਈਨਰ ਵਜੋਂ ਆਪਣੀ ਭੂਮਿਕਾ ਅਦਾ ਕਰਨ ਵਾਲੀ ਭਾਨੂ 56 ਸਾਲਾਂ ਤੱਕ ਬਾਲੀਵੁੱਡ ਵਿੱਚ ਐਕਟਿਵ ਰਹੀ। ਪੰਜਾਬ ਦੇ ਪਟਿਆਲਾ ਸ਼ਹਿਰ ਦੇ ਜੰਪਾਲ ਰਾਕੇਸ਼ ਸ਼ਰਮਾ 3 ਅਪ੍ਰੈਲ 1984 ਨੂੰ ਪੁਲਾੜ ਵਿੱਚ ਪਹੁੰਚੇ। 1970 ਵਿੱਚ ਉਹਨਾਂ ਭਾਰਤੀ ਹਵਾਈ ਫੌਜ ਜੁਆਇਨ ਕੀਤੀ ਸੀ। ਸੋਵੀਅਤ ਯੂਨੀਅਨ ਦੇ ਇੰਟਰਕੋਸਮੋਸ ਅਤੇ ਭਾਰਤੀ ਪੁਲਾੜ ਅਦਾਰੇ ਇਸਰੋ ਦੇ ਸਾਂਝੇ ਅਭਿਆਨ ਦੇ ਤਹਿਤ 8 ਦਿਨਾਂ ਦੇ ਲਈ ਰਾਕੇਸ਼ ਸ਼ਰਮਾ ਨੂੰ ਪੁਲਾੜ ਵਿੱਚ ਭੇਜਿਆ ਗਿਆ ਸੀ। ਉਸ ਵੇਲੇ ਭਾਰਤੀ ਹਵਾਈ ਫੌਜ ਦੇ ਵਿੱਚ ਸਕੁਆਡਰਨ ਲੀਡਰ ਅਤੇ ਪਾਇਲਟ ਵਜੋਂ ਤੈਨਾਤ ਸੀ। ਟੈਰਰਿਸਟ ਐਂਡ ਡਿਸਰਪਟਿਵ ਐਕਟੀਵਿਟੀਜ਼ ਐਕਟ ਯਾਨੀ ਟਾਡਾ ਕਾਨੂੰਨ ਸਾਲ 1985 ਵਿੱਚ ਹੋਂਦ ਵਿੱਚ ਆਇਆ। ਪੰਜਾਬ ਦੇ ਵਿੱਚ ਉਸ ਵੇਲੇ ਵਿਗੜੇ ਹੋਏ ਹਾਲਾਤਾਂ ਦੇ ਮੱਦੇਨਜ਼ਰ ਇਹ ਕਾਨੂੰਨ ਲਾਗੂ ਕੀਤਾ ਗਿਆ ਸੀ। 1994 ਤੱਕ ਇਸ ਕਾਨੂੰਨ ਦੇ ਤਹਿਤ 76166 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ, ਪਰ ਸਿਰਫ 4% ਹੀ ਇਹਨਾਂ ਵਿੱਚ ਮੁਜਰਮ ਸਾਬਿਤ ਹੋਏ। 1987 ਵਿੱਚ ਗੋਆ ਭਾਰਤ ਦਾ ਇੱਕ ਸੂਬਾ ਬਣਿਆ। ਪੁਰਤਗਾਲੀਆਂ ਤੋਂ ਆਜ਼ਾਦੀ ਮਿਲਣ ਤੋਂ ਬਾਅਦ ਗੋਆ ਵਿੱਚ ਚੋਣਾਂ ਹੋਈਆਂ ਤਾਂ 20 ਦਸੰਬਰ 1962 ਨੂੰ ਦਯਾਨੰਦ ਭੰਡਾਰਕਰ ਇਸ ਦੇ ਪਹਿਲੇ ਮੁੱਖ ਮੰਤਰੀ ਬਣੇ। ਗੋਆ ਨੂੰ ਮਹਾਰਾਸ਼ਟਰ ਵਿੱਚ ਰਲਾਉਣ ਦੀ ਚਰਚਾ ਵੀ ਚੱਲੀ, ਪਰ 1967 ਵਿੱਚ ਹੋਈ ਰਾਇਸ਼ੁਮਾਰੀ ਦੇ ਵਿੱਚ ਲੋਕਾਂ ਨੇ ਇੱਕ ਕੇਂਦਰ ਸ਼ਾਸਿਤ ਖੇਤਰ ਵਜੋਂ ਆਪਣੀ ਹੋਂਦ ਦੀ ਹਮਾਇਤ ਕੀਤੀ। 30 ਮਈ 1987 ਨੂੰ ਗੋਆ ਨੂੰ ਪੂਰਨ ਸੂਬੇ ਦੀ ਮਾਨਤਾ ਦਿੱਤੀ ਗਈ। 1987 ਵਿੱਚ ਸੁਨੀਲ ਗਾਵਸਕਰ ਨੇ ਟੈਸਟ ਮੈਚਾਂ ਵਿੱਚ 10,000 ਦੌੜਾਂ ਦਾ ਵਰਲਡ ਰਿਕਾਰਡ ਬਣਾਇਆ। ਅਹਿਮਦਾਬਾਦ ਦੇ ਮੋਟੇਰਾ ਸਟੇਡੀਅਮ ਦੇ ਵਿੱਚ ਪਾਕਿਸਤਾਨ ਦੇ ਖਿਲਾਫ ਸੁਨੀਲ ਦਾ 124ਵਾਂ ਟੈਸਟ ਮੁਕਾਬਲਾ ਸੀ। ਇਜਾਜ਼ ਫਾਕਿਰ ਵੱਲੋਂ ਸਿੱਟੀ ਗਈ ਗੇਂਦ ਤੇ ਸਲਿਪ ਦੇ ਵੱਲ ਸ਼ਾਟ ਖੇਡ ਕੇ ਸੁਨੀਲ ਗਾਵਸਕਰ ਨੇ ਰਨ ਲਿਆ ਅਤੇ ਇਸ ਰਿਕਾਰਡ ਨੂੰ ਬਣਾਉਣ ਵਾਲੇ ਉਹ ਪਹਿਲੇ ਬੱਲੇਬਾਜ਼ ਬਣੇ। 1999 ਵਿੱਚ ਅਗਨੀ ਮਿਜ਼ਾਈਲ ਦਾ ਕਾਮਯਾਬ ਟੈਸਟ ਕੀਤਾ ਗਿਆ। ਭਾਰਤ ਦਾ ਇਹ ਪਹਿਲਾ ਮਿਜ਼ਾਈਲ ਟੈਸਟ ਸੀ। 10 ਸਾਲਾਂ ਤੋਂ ਇਸ ਮਿਜ਼ਾਈਲ ਟੈਸਟ ਦੀ ਕਮਾਨ ਸਾਂਭਣ ਵਾਲੇ ਡਾਕਟਰ APJ ਅਬਦੁਲ ਕਲਾਮ ਦੀ ਬਾਅਦ ਦੇ ਵਿੱਚ ਮਿਜ਼ਾਈਲ ਮੈਨ ਵਜੋਂ ਪਛਾਣ ਬਣੀ। 1991 ਵਿੱਚ ਭਾਰਤ ਸਰਕਾਰ ਨੇ ਗਲੋਬਲਾਈਜੇਸ਼ਨ ਦੀ ਪਾਲਿਸੀ ਸਵੀਕਾਰਦਿਆਂ ਦੇਸ਼ ਦੇ ਵਿੱਚ ਆਰਥਿਕ ਸੁਧਾਰ ਦਾ ਰਾਹ ਪੱਧਰਾ ਕੀਤਾ। ਉਸ ਵੇਲੇ ਦੇ ਪ੍ਰਧਾਨ ਮੰਤਰੀ PV ਨਰਸਿਮਹਾ ਰਾਓ ਅਤੇ ਖਜ਼ਾਨਾ ਮੰਤਰੀ ਡਾਕਟਰ ਮਨਮੋਹਨ ਸਿੰਘ ਦੀਆਂ ਕੋਸ਼ਿਸ਼ਾਂ ਦਾ ਸਿੱਟਾ ਸੀ ਕਿ ਦੇਸ਼ ਦੇ ਵਿੱਚ ਆਰਥਿਕ ਤਰੱਕੀ ਦਾ ਰਾਹ ਪੱਧਰਾ ਹੋਵੇ। ਸਾਲ 1992 ਵਿੱਚ ਸਤਿਆਜੀਤ ਰੇ ਨੂੰ ਆਸਕਰ ਅਵਾਰਡ ਦੇ ਨਾਲ ਨਵਾਜ਼ਿਆ ਗਿਆ। ਕਿਉਂ ਜੋ ਉਹਨਾਂ ਦੀ ਤਬੀਅਤ ਨਾਸਾਜ਼ ਸੀ ਤਾਂ ਅਵਾਰਡ ਉਹਨਾਂ ਦੇ ਘਰ ਭਿਜਵਾਇਆ ਗਿਆ। ਉਹਨਾਂ ਨੂੰ ਆਨਰੇਰੀ ਲਾਈਫਟਾਈਮ ਅਚੀਵਮੈਂਟ ਅਵਾਰਡ ਦਿੱਤਾ ਗਿਆ। 1994 ਵਿੱਚ ਪ੍ਰਿਥਵੀ ਮਿਜ਼ਾਈਲ ਨੂੰ ਫੌਜ ਦੇ ਵਿੱਚ ਸ਼ਾਮਿਲ ਕੀਤਾ ਗਿਆ। ਪ੍ਰਿਥਵੀ ਮਿਜ਼ਾਈਲ ਦੀ ਪਹਿਲੀ ਕਾਮਯਾਬ ਟੈਸਟਿੰਗ ਫਰਵਰੀ 1988 ਵਿੱਚ ਕੀਤੀ ਗਈ ਸੀ। ਜ਼ਮੀਨ ਤੋਂ ਜ਼ਮੀਨ ਤੇ ਮਾਰ ਕਰਨ ਵਾਲੀ ਮਿਜ਼ਾਈਲ ਦੀ ਸਮਰੱਥਾ 150 ਕਿਲੋਮੀਟਰ ਤੱਕ ਸੀ। 1994 ਵਿੱਚ ਸੁਸ਼ਮਿਤਾ ਸੇਨ ਮਿਸ ਯੂਨੀਵਰਸ ਨੇ ਬਣੀ ਤੇ ਐਸ਼ਵਰਿਆ ਰਾਏ ਮਿਸ ਵਰਲਡ ਬਣੀ। ਰੀਟਾ ਫਾਰੀਆ ਤੋਂ ਬਾਅਦ ਉਹ ਦੂਜੀ ਵਾਰ ਮਿਸ ਵਰਲਡ ਦਾ ਖਿਤਾਬ ਜਿੱਤਣ ਵਾਲੀ ਭਾਰਤੀ। 1995 ਵਿੱਚ ਵਿਦੇਸ਼ ਸੰਚਾਰ ਨਿਗਮ ਲਿਮਟਿਡ ਨੇ ਭਾਰਤ ਦੇ ਵਿੱਚ ਇੰਟਰਨੈਟ ਸੇਵਾਵਾਂ ਸ਼ੁਰੂ ਕੀਤੀਆਂ। 15 ਅਗਸਤ ਨੂੰ ਕੀਤੀ ਗਈ ਸ਼ੁਰੂਆਤ ਦੇ 3 ਸਾਲਾਂ ਬਾਅਦ ਸਰਕਾਰ ਨੇ ਨਿੱਜੀ ਆਪਰੇਟਰਾਂ ਦੇ ਲਈ ਇਸ ਖੇਤਰ ਨੂੰ 1998 ਵਿੱਚ ਖੋਲ੍ਹਿਆ। 3 ਮਈ 1995 ਨੂੰ ਕੌਮੀ ਰਾਜਧਾਨੀ ਦਿੱਲੀ ਦੇ ਵਿੱਚ DMRC ਦੀ ਸਥਾਪਨਾ ਕੀਤੀ ਗਈ। ਆਪਣੀ ਸਥਾਪਨਾ ਦੇ 3 ਸਾਲਾਂ ਬਾਅਦ DMRC ਨੇ ਪਹਿਲੇ ਉਸਾਰੀ ਪ੍ਰੋਜੈਕਟ 1 ਅਕਤੂਬਰ 1998 ਨੂੰ ਸ਼ੁਰੂ ਕੀਤਾ। 15 ਅਗਸਤ 1995 ਨੂੰ ਦੇਸ਼ ਵਿੱਚ ਮਿਡ ਡੇ ਮੀਲ ਸਕੀਮ ਦੀ ਸ਼ੁਰੂਆਤ ਕੀਤੀ ਗਈ। ਸ਼ੁਰੂਆਤ ਦੇ ਵਿੱਚ ਇਸ ਸਕੀਮ ਨੂੰ 2000 ਤੋਂ ਵਧੇਰੇ ਬਲਾਕਾਂ ਦੇ ਸਕੂਲ ਵਿੱਚ ਲਾਗੂ ਕੀਤਾ ਗਿਆ ਸੀ। ਬਾਅਦ ਵਿੱਚ ਇਸ ਦਾ ਵਿਸਥਾਰ ਸਾਲ 2004 ਵਿੱਚ ਪੂਰੇ ਦੇਸ਼ ਵਿੱਚ ਕੀਤਾ ਗਿਆ। 1996 ਵਿੱਚ ਅਟਲਾਂਟਾ ਓਲੰਪਿਕਸ ਵਿੱਚ ਲਿਐਂਡਰ ਪੇਸ ਨੇ ਲਾਨ ਟੈਨਿਸ ਦੇ ਵਿੱਚ ਕਾਂਸਿਆ ਤਗਮਾ ਜਿੱਤਿਆ। ਬ੍ਰਾਜ਼ੀਲ ਦੇ ਫਰਨਾਂਡੋ ਮੈਲਗਨੀ ਨੂੰ ਹਰਾ ਕੇ ਪੇਸ ਨੇ ਕਾਮਯਾਬੀ ਹਾਸਲ ਕੀਤੀ। 1997 ਵਿੱਚ ਭਾਰਤੀ ਸੁੰਦਰੀ ਡਾਇਨਾ ਹੈਡ ਨੇ ਦੇਸ਼ ਦੇ ਲਈ ਤੀਜੀ ਵਾਰ ਮਿਸ ਵਰਲਡ ਦਾ ਖਿਤਾਬ ਜਿੱਤਿਆ। ਸੈਸ਼ਲਸ ਦੇ ਵਿੱਚ ਪ੍ਰਬੰਧਿਤ ਮੁਕਾਬਲੇ ਵਿੱਚ ਕੁੱਲ 86 ਮੁਲਕਾਂ ਦੀਆਂ ਮਾਡਲਸ ਨੇ ਹਿੱਸਾ ਲਿਆ ਸੀ। ਰਾਜਸਥਾਨ ਦੇ ਪੋਖਰਨ ਦੇ ਵਿੱਚ ਮਈ 1998 ਦੇ ਵਿੱਚ ਇੱਕ ਵਾਰ ਮੋੜ ਪਰਮਾਣੂ ਪ੍ਰੀਖਣ ਕੀਤਾ ਗਿਆ। ਇਸ ਨੂੰ ਸ਼ਕਤੀ ਦਾ ਨਾਂ ਦਿੱਤਾ ਗਿਆ ਸੀ। 11 ਤੇ 13 ਮਈ ਨੂੰ ਰਾਜਸਥਾਨ ਦੇ ਪੋਖਰਨ ਦੇ ਵਿੱਚ 5 ਟੈਸਟ ਕੀਤੇ ਗਏ ਸਨ। 1998 ਵਿੱਚ ਪ੍ਰੋਫੈਸਰ ਅਮਰਤਯ ਸੇਨ ਨੂੰ ਅਰਥਸ਼ਾਸਤਰ ਨੋਬਲ ਸਨਮਾਨ ਮਿਲਿਆ। 1953 ਵਿੱਚ ਕੋਲਕਾਤਾ ਦੇ ਪ੍ਰੈਜ਼ੀਡੈਂਸੀ ਕਾਲਜ ਤੋਂ ਅਰਥਸ਼ਾਸਤਰ ਵਿੱਚ ਗ੍ਰੈਜੂਏਸ਼ਨ ਕਰਨ ਵਾਲੇ ਪ੍ਰੋਫੈਸਰ ਸੇਨ ਨੇ ਕੈਂਬਰਿਜ ਯੂਨੀਵਰਸਿਟੀ ਤੋਂ PhD ਕੀਤੀ ਸੀ। 1999 ਵਿੱਚ ਯੁਕਤਾ ਮੁਖੀ ਨੇ ਮਿਸ ਵਰਲਡ ਦਾ ਖਿਤਾਬ ਆਪਣੇ ਨਾਂ ਕੀਤਾ। 7 ਅਕਤੂਬਰ 1979 ਨੂੰ ਬੈਂਗਲੁਰੂ ਵਿੱਚ ਪੈਦਾ ਹੋਈ ਯੁਕਤਾ ਮੁਖੀ ਨੇ ਭਾਰਤ ਦੇ ਲਈ ਚੌਥੀ ਵਾਰ ਖਿਤਾਬ ਜਿੱਤਿਆ ਸੀ।
ਸਾਲ 2000 ਵਿੱਚ 1 ਨਵੰਬਰ ਨੂੰ ਛੱਤੀਸਗੜ੍ਹ, 9 ਨਵੰਬਰ ਨੂੰ ਉੱਤਰਾਖੰਡ ਅਤੇ 15 ਨਵੰਬਰ ਨੂੰ ਝਾਰਖੰਡ ਦਾ ਗਠਨ ਕੀਤਾ ਗਿਆ ਸੀ। ਛੱਤੀਸਗੜ੍ਹ ਨੂੰ ਮੱਧ ਪ੍ਰਦੇਸ਼, ਉੱਤਰਾਖੰਡ ਨੂੰ ਯੂਪੀ ਤੇ ਝਾਰਖੰਡ ਨੂੰ ਬਿਹਾਰ ਤੋਂ ਵੱਖ ਕਰਕੇ ਬਣਾਇਆ ਗਿਆ। ਸਾਲ 2000 ਦੇ ਵਿੱਚ ਹੀ ਕਰਨਮ ਮਲੇਸ਼ਵਰੀ ਵੇਟਲਿਫਟਿੰਗ ਦੇ ਵਿੱਚ 올림픽ਸ ਦੇ ਵਿੱਚ ਕਾਂਸੀ ਤਗਮਾ ਜਿੱਤਣ ਵਾਲੀ ਪਹਿਲੀ ਭਾਰਤੀ ਮਹਿਲਾ ਐਥਲੀਟ ਬਣੀ। ਉਹਨਾਂ ਸਨੈਚ ਕੈਟਾਗਰੀ ਵਿੱਚ 110 ਅਤੇ ਕਲੀਨ ਐਂਡ ਜਰਕ ਦੇ ਵਿੱਚ 130 ਕਿਲੋ ਭਾਰ ਚੁੱਕਿਆ। ਸਾਲ 2000 ਵਿੱਚ 12 ਮਈ ਨੂੰ ਸਾਈਪ੍ਰਸ ਦੇ ਵਿੱਚ ਪ੍ਰਬੰਧਿਤ ਮੁਕਾਬਲੇ ਵਿੱਚ ਲਾਰਾ ਦੱਤਾ ਨੇ ਦੇਸ਼ ਦੇ ਲਈ ਮਿਸ ਯੂਨੀਵਰਸ ਦਾ ਖਿਤਾਬ ਦੂਜੀ ਵਾਰ ਜਿੱਤਿਆ ਤੇ 3 ਨਵੰਬਰ ਨੂੰ ਲੰਡਨ ਵਿੱਚ ਪ੍ਰਬੰਧਿਤ ਮੁਕਾਬਲੇ ਵਿੱਚ ਪ੍ਰਿਯੰਕਾ ਚੋਪੜਾ 5ਵੀਂ ਵਾਰ ਮਿਸ ਵਰਲਡ ਦਾ ਖਿਤਾਬ ਜਿੱਤਣ ਵਾਲੀ ਭਾਰਤੀ ਬਣੀ। ਸਾਲ 2001 ਦੇ ਵਿੱਚ ਡਾਕਟਰ ਵੀਐਸ ਨਾਇਪਾਲ ਨੂੰ ਸਾਹਿਤ ਦੇ ਖੇਤਰ ਵਿੱਚ ਨੋਬਲ ਸਨਮਾਨ ਦਿੱਤਾ ਗਿਆ। ਵਿਦਿਆਧਰ ਸੂਰਜ ਪ੍ਰਸਾਦ ਨਾਇਪਾਲ ਦਾ ਪਰਿਵਾਰ 1880 ਵਿੱਚ ਮਜ਼ਦੂਰੀ ਲਈ ਭਾਰਤ ਤੋਂ ਟ੍ਰਿਨੀਡਾਡ ਜਾ ਕੇ ਵਸ ਗਿਆ ਸੀ। 1971 ਵਿੱਚ ਨਾਇਪਾਲ ਨੂੰ ਬੁਕਰ ਸਨਮਾਨ ਵੀ ਮਿਲਿਆ ਸੀ। 2004 ਦੇ ਐਥਨਸ 올림픽ਸ ਦੇ ਵਿੱਚ ਰਾਜਵਰਧਨ ਸਿੰਘ ਰਾਠੌੜ ਨੇ ਚਾਂਦੀ ਦਾ ਤਗਮਾ ਡਬਲ ਟਰੈਪ ਸ਼ੂਟਿੰਗ ਵਿੱਚ ਜਿੱਤਿਆ। ਆਜ਼ਾਦੀ ਤੋਂ ਬਾਅਦ ਵਿਅਕਤੀਗਤ ਖੇਡਾਂ ਵਿੱਚ ਭਾਰਤ ਵੱਲੋਂ ਚਾਂਦੀ ਦਾ ਤਗਮਾ ਜਿੱਤਣ ਵਾਲੇ ਰਾਠੌੜ ਪਹਿਲੇ ਭਾਰਤੀ ਸਨ। 2007 ਦੇ ਵਿੱਚ ਪ੍ਰਤਿਭਾ ਦੇਵੀ ਸਿੰਘ ਪਾਟਿਲ ਦੇਸ਼ ਦੀ ਪਹਿਲੀ ਮਹਿਲਾ ਰਾਸ਼ਟਰਪਤੀ। 2019 ਦੇ ਵਿੱਚ ਸਾਬਕਾ ਰਾਸ਼ਟਰਪਤੀ ਨੂੰ ਮੈਕਸੀਕੋ ਦੇ ਸਰਵਉੱਚ ਨਾਗਰਿਕ ਪੁਰਸਕਾਰ ਆਰਡੇਨ ਮੈਕਸੀਕਾਨਾ ਡੇਲ ਐਗਬੇਲਾ ਐਜ਼ਟੇਕਾ ਆਰਡਰ ਆਫ ਐਜ਼ਟੇਕ ਈਗਲ ਦੇ ਨਾਲ ਨਵਾਜ਼ਿਆ ਗਿਆ। 2007 ਦੇ ਵਿੱਚ ਭਾਰਤ ਨੇ T20 ਵਰਲਡ ਕੱਪ ਜਿੱਤਿਆ। ਪਹਿਲੇ T20 ਵਿਸ਼ਵ ਕੱਪ ਦੇ ਵਿੱਚ ਮਹਿੰਦਰ ਸਿੰਘ ਧੋਨੀ ਦੀ ਅਗਵਾਈ ਦੇ ਵਿੱਚ ਭਾਰਤ ਨੇ ਇਸ ਟਰਾਫੀ ਨੂੰ ਆਪਣੇ ਕਬਜ਼ੇ ਵਿੱਚ ਲਿਆ। 2008 ਦੇ 올림픽ਸ ਦੇ ਵਿੱਚ ਅਭਿਨਵ ਬਿੰਦਰਾ ਨੇ 10 ਮੀਟਰ 에ਅਰ ਰਾਈਫਲ ਦੇ ਵਿੱਚ ਸੋਨ ਮੁੱਕੇਬਾਜ਼ ਵਿਜੇਂਦਰ ਕੁਮਾਰ ਅਤੇ ਪਹਿਲਵਾਨ ਸੁਸ਼ੀਲ ਕੁਮਾਰ ਨੇ ਕਾਂਸੀ ਦਾ ਤਗਮਾ ਜਿੱਤਿਆ। 2008 ਦੇ ਵਿੱਚ 3 ਭਾਰਤੀਆਂ ਨੇ ਆਸਕਰ ਜਿੱਤਿਆ। ਫਿਲਮ ਸਲਮਡੌਗ ਮਿਲੀਨੀਅਰ ਦੇ ਲਈ A.R. ਰਹਿਮਾਨ ਨੂੰ ਬੈਸਟ ਮਿਊਜ਼ਿਕ ਕੰਪੋਜ਼ਰ, ਬਿਹਤਰੀਨ ਗੀਤਾਂ ਦੇ ਲਈ ਗੁਲਜ਼ਾਰ ਅਤੇ ਬੈਸਟ ਸਾਊਂਡ ਮਿਕਸਿੰਗ ਦੇ ਲਈ ਰਸੂਲ ਪੁਰਕੁੱਟੀ ਨੂੰ ਇਹ ਸਨਮਾਨ ਮਿਲਿਆ। 2009 ਦੇ ਵਿੱਚ NIA ਦੀ ਸਥਾਪਨਾ ਕੀਤੀ ਗਈ। 2008 ਦੇ ਵਿੱਚ ਹੋਏ ਮੁੰਬਈ ਅਟੈਕ ਤੋਂ ਬਾਅਦ ਇੱਕ ਅਜਿਹੀ ਏਜੰਸੀ ਦੀ ਲੋੜ ਸੀ ਜਿਹੜੀ ਦਹਿਸ਼ਤਗਰਦੀ ਦਾ ਮੁਕਾਬਲਾ ਕਰ ਸਕੇ, ਇਸ ਲਈ NIA ਸਥਾਪਿਤ ਕੀਤੀ। 2009 ਦੇ ਵਿੱਚ ਜੀਵ ਵਿਗਿਆਨੀ ਵੈਂਕਟ ਰਮਨ ਵੈਂਕੀ ਰਾਮਾਕ੍ਰਿਸ਼ਨਨ ਨੂੰ ਕੈਮਿਸਟਰੀ ਦਾ ਨੋਬਲ ਦਿੱਤਾ ਗਿਆ। ਇਹ ਸਨਮਾਨ ਕੋਸ਼ਿਕਾ ਦੇ ਅੰਦਰ ਪ੍ਰੋਟੀਨ ਦਾ ਨਿਰਮਾਣ ਕਰਨ ਵਾਲੇ ਰਾਈਬੋਸੋਮ ਦੀ ਕਾਰਜਪ੍ਰਣਾਲੀ ਅਤੇ ਸੰਰਚਨਾ ਦੇ ਅਧਿਐਨ ਲਈ ਦਿੱਤਾ ਗਿਆ। 6 ਤੋਂ 14 ਸਾਲ ਤੱਕ ਦੀ ਉਮਰ ਦੇ ਬੱਚਿਆਂ ਦੇ ਲਈ ਮੁਫਤ ਅਤੇ ਲਾਜ਼ਮੀ ਸਿੱਖਿਆ ਦੇ ਲਈ ਪਾਰਲੀਮੈਂਟ ਨੇ 2009 ਵਿੱਚ ਇੱਕ ਬਿੱਲ ਪਾਸ ਕੀਤਾ, ਜਿਹੜਾ ਕਿ ਅਪ੍ਰੈਲ 2010 ਤੋਂ ਲਾਗੂ ਹੋਇਆ। ਇਸ ਵਿੱਚ 7 ਅਧਿਆਇ ਅਤੇ 38 ਖੰਡ ਨੇ। 2010 ਦੇ ਵਿੱਚ ਭਾਰਤ ਵਿੱਚ ਕਾਮਨਵੈਲਥ ਖੇਡਾਂ ਦਾ ਆਯੋਜਨ ਕੀਤਾ ਗਿਆ। 3 ਤੋਂ 14 ਅਕਤੂਬਰ ਤੱਕ ਕੌਮੀ ਰਾਜਧਾਨੀ ਦਿੱਲੀ ਵਿੱਚ ਮੁਕਾਬਲੇ ਹੋਏ। 17 ਖੇਡਾਂ ਦੇ ਵਿੱਚ 177 ਤਗਮਿਆਂ ਦੇ ਨਾਲ ਆਸਟ੍ਰੇਲੀਆ ਪਹਿਲੇ, ਜਦਕਿ 101 ਤਗਮਿਆਂ ਦੇ ਨਾਲ ਭਾਰਤ ਦੂਜੇ ਥਾਂ ਤੇ ਰਿਹਾ। 2011 ਦੇ ਵਿੱਚ ਭਾਰਤ ਨੇ ਦੂਜੀ ਵਾਰ ਇੱਕ ਦਿਨਾ ਕ੍ਰਿਕਟ ਮੈਚਾਂ ਦਾ ਵਰਲਡ ਕੱਪ ਜਿੱਤਿਆ। 2 ਅਪ੍ਰੈਲ ਨੂੰ ਮੁੰਬਈ ਦੇ ਵਾਨਖੇੜੇ ਸਟੇਡੀਅਮ ਵਿੱਚ ਸ਼੍ਰੀਲੰਕਾ ਦੇ ਖਿਲਾਫ ਫਾਈਨਲ ਮੁਕਾਬਲਾ ਜਿੱਤ ਕੇ ਭਾਰਤੀ ਟੀਮ ਨੇ ਇਹ ਖਿਤਾਬ ਆਪਣੇ ਨਾਂ ਕੀਤਾ। 16 ਮਾਰਚ 2012 ਨੂੰ ਸਚਿਨ ਤੇਂਦੁਲਕਰ ਨੇ ਸੈਂਕੜਾ ਦਾ ਸੈਂਕੜਾ ਮੁਕੰਮਲ ਕੀਤਾ। ਏਸ਼ੀਆ ਕੱਪ ਸੀਰੀਜ਼ ਵਿੱਚ ਸਚਿਨ ਨੇ ਬੰਗਲਾਦੇਸ਼ ਦੇ ਖਿਲਾਫ ਕਾਮਯਾਬੀ ਹਾਸਲ ਕੀਤੀ। 5 ਨਵੰਬਰ 2013 ਨੂੰ ਮਿਸ਼ਨ ਮੰਗਲਯਾਨ ਲਾਂਚ ਕੀਤਾ ਗਿਆ। ਗ੍ਰਹਿਾਂ ਦੇ ਵਿਚਾਲੇ ਭਾਰਤ ਦਾ ਇਹ ਪਹਿਲਾ ਮਿਸ਼ਨ ਸੀ। ਇਸ ਪ੍ਰੋਜੈਕਟ ਦੇ ਤਹਿਤ ਆਂਧਰ ਪ੍ਰਦੇਸ਼ ਦੇ ਸ੍ਰੀ ਹਰੀਕੋਟਾ ਵਿੱਚ ਸਤੀਸ਼ ਧਵਨ ਪੁਲਾੜ ਸੈਂਟਰ ਤੋਂ PSLV C-25 ਦੇ ਨਾਲ ਕਾਮਯਾਬੀ ਨਾਲ ਇਹ ਮਿਸ਼ਨ ਲਾਂਚ ਕੀਤਾ ਗਿਆ। 2 ਜੂਨ 2014 ਨੂੰ ਤੇਲੰਗਾਨਾ ਨਵਾਂ ਸੂਬਾ ਬਣਿਆ ਤੇ ਤੇਲੰਗਾਨਾ ਭਾਰਤ ਦਾ 29ਵਾਂ ਸੂਬਾ ਹੈ। ਨਵੰਬਰ 2009 ਦੇ ਵਿੱਚ ਤੇਲਗੂ ਰਾਸ਼ਟਰੀ ਸਮਿਤੀ ਦੇ ਪ੍ਰਧਾਨ ਕੇ ਚੰਦਰਸ਼ੇਖਰ ਰਾਵ ਨੇ ਇਸ ਦੇ ਲਈ ਸੰਘਰਸ਼ ਕੀਤਾ ਸੀ। 2014 ਵਿੱਚ ਭਾਰਤ ਨੂੰ ਪੋਲੀਓ ਮੁਕਤ ਐਲਾਨਿਆ ਗਿਆ। ਸਾਲ 1985 ਵਿੱਚ ਦੇਸ਼ ਦੇ ਸਾਰੇ ਜ਼ਿਲ੍ਹਿਆਂ ਨੂੰ ਪੋਲੀਓ ਮੁਕਤ ਬਣਾਉਣ ਦੇ ਲਈ ਟੀਕਾਕਰਨ ਦੀ ਸ਼ੁਰੂਆਤ ਕੀਤੀ ਗਈ ਸੀ, ਜੋ ਭਾਰਤ ਵਿੱਚ ਪੋਲੀਓ ਦੇ ਆਖਰੀ ਮਾਮਲੇ 2011 ਵਿੱਚ ਆਏ ਸਨ। ਇਸ ਤੋਂ ਬਾਅਦ 2014 ਦੇ ਵਿੱਚ ਵਰਲਡ ਹੈਲਥ ਆਰਗੇਨਾਈਜੇਸ਼ਨ ਨੇ ਭਾਰਤ ਨੂੰ ਪੋਲੀਓ ਮੁਕਤ ਐਲਾਨ ਦਿੱਤਾ। 2014 ਦੇ ਵਿੱਚ ਕੈਲਾਸ਼ ਸਤਿਆਰਥੀ ਨੂੰ ਸ਼ਾਂਤੀ ਲਈ ਨੋਬਲ ਸਨਮਾਨ ਮਿਲਿਆ। ਕੈਲਾਸ਼ ਸਤਿਆਰਥੀ ਨੇ ਬਾਲ ਮਜ਼ਦੂਰੀ ਦੇ ਖਿਲਾਫ 1983 ਵਿੱਚ ਬਚਪਨ ਬਚਾਓ ਅੰਦੋਲਨ ਦੀ ਸ਼ੁਰੂਆਤ ਕੀਤੀ ਸੀ। ਹੁਣ ਤੱਕ ਉਹਨਾਂ ਦੀ ਸੁਸਾਇਟੀ 80,000 ਤੋਂ ਵਧੇਰੇ ਬੱਚਿਆਂ ਨੂੰ ਬਾਲ ਮਜ਼ਦੂਰੀ ਕਰਾਉਣ ਵਾਲਿਆਂ ਦੇ ਜਾਲ ਤੋਂ ਛੁਡਾ ਚੁੱਕੀ ਹੈ। 8 ਨਵੰਬਰ 2016 ਨੂੰ ਕੇਂਦਰ ਸਰਕਾਰ ਨੇ ਨੋਟਬੰਦੀ ਲਾਗੂ ਕੀਤੀ ਤੇ 500 ਤੇ 1000 ਰੁਪਏ ਦੇ ਨੋਟਾਂ ਦਾ ਚਲਨ ਬੰਦ ਕੀਤਾ। 10, 50, 100, 200, 500 ਦੇ ਨੋਟ ਬਦਲਤੇ ਗਏ ਤੇ 2000 ਦਾ ਨਵਾਂ ਨੋਟ ਜਾਰੀ ਕੀਤਾ। 1 ਜੁਲਾਈ 2017 ਤੋਂ ਕੇਂਦਰ ਸਰਕਾਰ ਨੇ GST ਲਾਗੂ ਕੀਤਾ। ਇਸ ਨੂੰ ਲਾਗੂ ਕਰਨ ਵੇਲੇ ਇੱਕ ਕੌਂਸਲ ਬਣਾਈ ਗਈ, ਜਿਸ ਦੇ ਵਿੱਚ ਕੇਂਦਰੀ ਖਜ਼ਾਨਾ ਮੰਤਰੀ ਤੋਂ ਇਲਾਵਾ ਸਾਰੇ ਸੂਬਿਆਂ ਦੇ ਖਜ਼ਾਨਾ ਮੰਤਰੀਆਂ ਨੂੰ ਸ਼ਾਮਿਲ ਕੀਤਾ ਗਿਆ। ਇਸ ਕੌਂਸਲ ਦੀਆਂ ਹੋਈਆਂ ਮੀਟਿੰਗਾਂ ਦੇ ਵਿੱਚ ਇਸ ਟੈਕਸ ਦੀਆਂ ਦਰਾਂ ਦੇ ਵਿੱਚ ਕਈ ਵਾਰ ਸੋਧ ਕੀਤੀ ਗਈ।